द टीवी NRI देख रहे हो तुसी ते मैं हाँ तुहाडे नाल गुरनीत। एक बारी फिर तो आप सब दा हार्दिक स्वागत करते हैं तुहाडे पसंदीदा प्रोग्राम दे विच जिसदा नाम है क्राइम डायरीज। दोस्तों तुसी जानते हो कि इस प्रोग्राम दे विच असी अक्सर तुहाडे नाल कुछ खास वापरे क्राइम केसेस मुतल्लक गलबात करते हैं जिन्हां दी सोसाइटी दे विच अहम इंपॉर्टेंस हुंदी है और तुहाडे नाल गलबात करन दा मकसद ये कि असी हर वेले सुचेत रह सकीए क्योंकि क्राइम जो है उसका रेट आजकल इन्ना ज़्यादा बढ़ गया है और किसी भी जगह तुसी सुरक्षित नहीं हो, किते भी कुछ भी वापर सकता है। अज दी ये घटना जो असी तुहाडे नाल साझा करन जा रहे हाँ, घटना है गुजरात दी वडोदरा दी। ये केस एक लव ट्रायंगल ते आधारित है और इस केस विचों सानू ये सिक्ख्या भी मिलती है कि किस तरह इंसान जिहड़ा है वो ग्रीडी होके लालचवश उसका मन मस्तिष्क जो है वो कमज़ोर पै जाता है और वो सोच नहीं सकता कि वो किस पासे जाए तो अल्टीमेटली वो डिसाइड करता है कि क्यों ना एक जड़ा कमज़ोर पलड़ा है उसनू हटा ही दिता जाए तो वो कतल नू सर अंजाम दे दिंदा है। कुछ इसी तरह की कहानी अज के साडे इस प्रोग्राम की तो हमेशा की तरह अज भी साडा साथ दे रहे हैं मिस्टर मनबीर सिंह खैरा। खैरा साहब एक एनालिस्ट ने और समाजिक मुद्दों से सूखम समझ रखते हैं। खैरा साहब प्रोग्राम में स्वागत है। धन्यवाद गुरनीत जी और द टीवी NRI वेख रहे सारे दर्शकों को मेरे वालों सत श्री अकाल। ਜਿਹੜੀ ਅੱਜ ਦੀ ਇਹ ਘਟਨਾ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਇਹ ਸਾਡੀ ਗੁਜਰਾਤ ਸਟੇਟ ਦੇ ਵਡੋਦਰਾ ਸਿਟੀ ਨਾਲ ਸੰਬੰਧਿਤ ਘਟਨਾ। ਇਹ ਘਟਨਾ ਇੱਕ ਰਿਸ਼ਤਿਆਂ ਦੀ ਤਿਕੋਣ ਦੇ ਉੱਤੇ ਬੇਸਡ ਆ। ਜਦੋਂ ਰਿਸ਼ਤੇ ਤਿੰਨ ਕੋਨੇ ਹੋ ਜਾਂਦੇ ਆ ਤੇ ਉਹਦੇ ਵਿੱਚ ਹਮੇਸ਼ਾ ਸਫ਼ਰ ਹੀ ਕਰਨਾ ਪਿਆ ਆ। ਅੱਜ ਤੱਕ ਜਿੰਨੀਆਂ ਵੀ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿੱਥੇ ਰਿਸ਼ਤਿਆਂ ਦੇ ਵਿੱਚ ਦੋ ਲੋਕਾਂ ਦੇ ਰਿਸ਼ਤਿਆਂ ਦੇ ਵਿੱਚ ਕੋਈ ਤੀਸਰਾ ਜਿੱਥੇ ਐਂਟਰ ਕਰ ਜਾਂਦਾ ਉੱਥੇ ਜਾਂ ਤਾਂ ਫਿਰ ਰਿਸ਼ਤੇ ਟੁੱਟਦੇ ਆ ਅਤੇ ਜਾਂ ਇਨਸਾਨ ਟੁੱਟਦਾ। ਇਸ ਤੋਂ ਤੀਜੀ ਗੱਲ ਕਦੀ ਵੀ ਕੋਈ ਨਹੀਂ ਹੋਈ ਔਰ ਇਸੇ ਤਰ੍ਹਾਂ ਦੀ ਇਹ ਘਟਨਾ ਇਹ ਆ। ਇਹਦੇ ਵਿੱਚ ਬੇਸਡ ਆ ਇਹ ਕਹਾਣੀ। ਇਹਦੇ ਵਿੱਚ ਇੱਕ ਲੇਡੀ ਸਵੀਟੀ ਪਟੇਲ ਜਿਹੜੀ ਗੁਜਰਾਤ ਦੀ ਰਹਿਣ ਵਾਲੀ ਸੀ ਅਤੇ ਉਹ ਇੱਕ ਬੜੀ ਮਹੱਤਵਕਾਂਸ਼ੀ ਫੀਮੇਲ ਸੀਗੀ ਜਿਨ੍ਹਾਂ ਦੇ ਪਰਿਵਾਰ ਨੇ ਉਹਨਾਂ ਦਾ ਬਹੁਤ ਰੀਝਾਂ ਦੇ ਨਾਲ ਵਿਆਹ ਕੀਤਾ। ਉਹ ਇੱਕ US ਸਿਟੀਜ਼ਨ ਦੇ ਨਾਲ ਕੀਤਾ ਗਿਆ ਔਰ ਬੜੇ ਚਾਵਾਂ ਮਲਾਰਾਂ ਦੇ ਨਾਲ ਪਰਿਵਾਰ ਨੇ ਸਵੀਟੀ ਨੂੰ ਵਿਆਹ ਕਰਵਾ ਕੇ ਅਤੇ USA ਲਈ ਰਵਾਨਾ ਕੀਤਾ। ਉੱਥੇ ਇਹ ਕਪਲ ਆਪਣੀ ਜ਼ਿੰਦਗੀ ਗੁਜ਼ਾਰਨੀ ਸ਼ੁਰੂ ਕਰਦਾ ਔਰ ਸਵੀਟੀ ਪਟੇਲ ਵੀ USA ਦੇ ਕਲਚਰ ਦੇ ਵਿੱਚ ਹੌਲੀ ਹੌਲੀ ਮਿਕਸਅਪ ਹੋਣਾ ਸ਼ੁਰੂ ਹੋ ਜਾਂਦੀ ਹੈ ਔਰ ਉੱਥੇ ਇਹ ਕਪਲ ਇੱਕ ਬੱਚੇ ਨੂੰ ਜਨਮ ਦਿੰਦਾ ਜਿਹੜਾ ਇੱਕ ਮੇਲ ਕਿਡ ਆ। ਪਰ ਜਿਹੜੇ ਉਸ ਬੱਚੇ ਦੇ ਜਨਮ ਤੋਂ ਬਾਅਦ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਦਰਾਰ ਆਉਣੀ ਸ਼ੁਰੂ ਹੋ ਜਾਂਦੀ ਹੈ ਕੁਝ ਨਾ ਕਿਸੇ ਘਟਨਾ ਕਰਕੇ, ਥੋੜ੍ਹਾ ਬਹੁਤਾ ਕਲਚਰਲ ਡਿਫਰੈਂਸ ਕਰਕੇ, ਥੋੜ੍ਹਾ ਬਹੁਤਾ ਇੱਕ ਡਿਫਰੈਂਟ ਟੈਂਪਰਾਮੈਂਟ ਹੋਣ ਕਰਕੇ। ਔਰ ਇਹ ਜਿਹੜੇ ਸਵੀਟੀ ਪਟੇਲ ਔਰ ਸਵੀਟੀ ਪਟੇਲ ਦੇ ਹਸਬੈਂਡ ਇਹ ਡਿਸਾਈਡ ਕਰਦੇ ਆ ਕਿ ਅਸੀਂ ਇਸ ਰਿਸ਼ਤੇ ਨੂੰ ਫਰਦਰ ਕੰਟੀਨਿਊ ਨਾ ਕਰੀਏ ਔਰ ਜਿੱਥੇ ਚੀਜ਼ਾਂ ਹੈਗੀਆਂ ਉੱਥੇ ਹੀ ਐਮੀਕੇਬਲੀ ਇਹਨਾਂ ਨੂੰ ਛੱਡ ਕੇ ਅਤੇ ਆਪਾਂ ਰਸਤੇ ਅਲੱਗ-ਅਲੱਗ ਕਰ ਲਈਏ। ਸਵੀਟੀ ਪਟੇਲ ਵੀ ਇਸ ਗੱਲ ਦੇ ਨਾਲ ਸਹਿਮਤ ਹੋ ਜਾਂਦੀ ਹੈ ਔਰ USA ਤੋਂ ਵਾਪਸ ਇੰਡੀਆ ਆਉਣਾ ਡਿਸਾਈਡ ਕਰ ਲੈਂਦੀ ਆ ਆਫਟਰ ਗੈਟਿੰਗ ਡਾਈਵੋਰਸ ਫਰੋਮ ਹਰ ਹਸਬੈਂਡ। ਪਰ ਇਹਨਾਂ ਦੇ ਵਿੱਚ ਜੋ ਇੱਕ ਮਿਊਚੁਅਲ ਐਗਰੀਮੈਂਟ ਹੁੰਦਾ ਆ, ਜਿਹੜਾ ਸਵੀਟੀ ਪਟੇਲ ਦਾ ਬੇਟਾ ਹੁੰਦਾ ਆ ਉਹ ਸਵੀਟੀ ਪਟੇਲ ਦੇ ਹਸਬੈਂਡ ਕੋਲ USA ਹੀ ਰਹੂਗਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹਦਾ ਜਿਹੜਾ ਫਿਊਚਰ ਆ USA ਦੇ ਵਿੱਚ ਜ਼ਿਆਦਾ ਸਿਕਿਉਰ ਆ ਔਰ ਇਹ ਕੁਛ ਨਾ ਕੁਛ ਵਧੀਆ ਬੈਟਰ ਅਚੀਵ ਕਰ ਸਕਦਾ USA ਦੇ ਵਿੱਚ ਰਹਿ ਕੇ। ਸਵੀਟੀ ਪਟੇਲ ਜਦੋਂ ਵਾਪਸ ਇੰਡੀਆ ਆ ਕੇ ਰਹਿਣਾ ਸ਼ੁਰੂ ਕਰ ਦਿੰਦੀ ਆ ਔਰ ਦੁਬਾਰਾ ਉਸ ਜਿਹੜਾ ਗੁਜਰਾਤ ਦੇ ਕਲਚਰ ਨੂੰ ਅਡੋਪਟ ਕਰਨਾ, ਉਹਦੇ ਵਿੱਚ ਦੁਬਾਰਾ ਮਿਕਸਅਪ ਹੋਣਾ, ਆਪਣੀ ਜ਼ਿੰਦਗੀ ਇੱਕ ਨਵੇਂ ਸਿਰੇ ਤੋਂ ਸਟਾਰਟ ਕਰਨੀ, ਇਸ ਸਾਰੇ ਸੰਘਰਸ਼ ਦੇ ਵਿੱਚ ਸਵੀਟੀ ਪਟੇਲ ਇਨਵੋਲਵਡ ਹੁੰਦੀ ਆ। ਔਰ ਇਸੇ ਸੰਘਰਸ਼ ਦੇ ਦੌਰਾਨ ਇੱਕ ਸੋਸ਼ਲ ਗੈਦਰਿੰਗ ਦੇ ਵਿੱਚ ਇਸ ਦੀ ਮੁਲਾਕਾਤ ਅਜੇ ਦੇਸਾਈ ਦੇ ਨਾਲ ਹੁੰਦੀ ਹੈ। ਇਹ 2015 ਦੀ ਘਟਨਾ ਜਦੋਂ ਇਹ ਸਵੀਟੀ ਪਟੇਲ ਔਰ ਅਜੇ ਦੇਸਾਈ ਇੱਕ ਦੂਸਰੇ ਦੇ ਕੰਟੈਕਟ 'ਚ ਆਉਂਦੇ ਆ ਔਰ ਇਹ ਜਦੋਂ ਸੋਸ਼ਲ ਗੈਦਰਿੰਗ ਦੇ ਵਿੱਚ ਇੱਕ ਦੂਸਰੇ ਨਾਲ ਇੰਟਰੋਡਿਊਸ ਹੁੰਦੇ ਆ, ਇੱਕ ਦੂਸਰੇ ਨਾਲ ਗੱਲਬਾਤ ਕਰਦੇ ਆ ਔਰ ਇਹਨਾਂ ਨੂੰ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਕੇ ਅੱਛਾ ਲੱਗਦਾ ਔਰ ਇਹ ਆਪਸ 'ਚ ਆਪਣੇ ਕੰਟੈਕਟ ਨੰਬਰ ਐਕਸਚੇਂਜ ਕਰ ਲੈਂਦੇ ਆ ਔਰ ਗਾਹੇ ਬਗਾਹੇ ਇਹਨਾਂ ਦੀ ਆਪਸ 'ਚ ਫੋਨ ਦੇ ਉੱਤੇ ਗੱਲ ਹੋਣੀ ਸ਼ੁਰੂ ਹੋ ਜਾਂਦੀ ਆ। WhatsApp 'ਤੇ ਚੈਟਿੰਗ ਸ਼ੁਰੂ ਹੋ ਜਾਂਦੀ, ਮੈਸੇਜਿਸ ਦਾ ਆਦਾਨ ਪ੍ਰਦਾਨ ਹੋਣਾ ਸ਼ੁਰੂ ਹੋ ਜਾਂਦਾ ਆ ਔਰ ਇਹ ਹੌਲੀ ਹੌਲੀ ਇਹਨਾਂ ਦੀ ਜਿਹੜੀ ਦੋਸਤੀ ਆ ਅੱਗੇ ਵੱਧਦੀ ਆ। ਇਹ ਦੋਸਤੀ ਦੇ ਅੱਗੇ ਵੱਧਦਿਆਂ ਇਹ ਆਪਸ ਦੇ ਵਿੱਚ ਐਜ਼ ਏ ਕਪਲ ਇਕੱਠੇ ਰਹਿਣਾ ਡਿਸਾਈਡ ਕਰਦੇ ਆ ਔਰ ਇਹ ਇੱਕ ਦੂਸਰੇ ਦੇ ਨਾਲ ਅਸੈਪਟ ਕਰਦੇ ਆ ਕਿ ਅਸੀਂ ਇੱਕ ਦੂਸਰੇ ਦੇ ਨਾਲ ਪਿਆਰ 'ਚ ਹਾਂ ਔਰ ਇਹ ਅਸੀਂ ਆਪਣੀ ਜ਼ਿੰਦਗੀ ਜਿਹੜੀ ਇਕੱਠੇ ਗੁਜ਼ਾਰਨਾ ਚਾਹੁੰਦੇ ਹਾਂ।
ਔਰ ਇਹ ਵਡੋਦਰਾ ਦੇ ਵਿੱਚ ਹੀ ਅਜੇ ਦੇਸਾਈ ਵੱਲੋਂ ਇੱਕ ਘਰ ਲੈ ਲਿਆ ਜਾਂਦਾ ਔਰ ਸਵੀਟੀ ਪਟੇਲ ਦੇ ਨਾਲ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ ਫॉर द ਟਾਈਮ ਬੀਇੰਗ। ਇੱਥੇ ਇਹ ਗੱਲ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਅਜੇ ਦੇਸਾਈ ਜਿਹੜਾ ਆ ਗੁਜਰਾਤ ਪੁਲਿਸ ਦਾ ਇੱਕ ਇੰਸਪੈਕਟਰ ਆ ਔਰ ਗੁਜਰਾਤ ਪੁਲਿਸ ਦਾ ਇੱਕ ਜਿਹੜਾ ਸਪੈਸ਼ਲ ਆਪਰੇਸ਼ਨ ਗਰੁੱਪ ਆ ਉਹ ਉਸ ਦੇ ਨਾਲ ਕੰਮ ਕਰ ਰਿਹਾ ਆ ਔਰ ਵੱਖਰੇ ਵੱਖਰੇ ਆਪਰੇਸ਼ਨ ਦੇ ਵਿੱਚ ਉਹਨੂੰ ਗਾਹੇ ਬਗਾਏ ਜਾਣਾ ਪੈਂਦਾ ਆ। ਪਰ ਉਹ ਇਹ ਜਿਹੜਾ ਆਪਣਾ ਰਿਸ਼ਤਾ ਸਵੀਟੀ ਪਟੇਲ ਦੇ ਨਾਲ ਸੋਸ਼ਲੀ ਡਿਕਲੇਅਰ ਨਹੀਂ ਕਰਦਾ, ਨਾ ਉਹ ਆਪਣੀ ਫੈਮਿਲੀ ਦੇ ਵਿੱਚ ਡਿਕਲੇਅਰ ਕਰਦਾ ਕਿ ਮੈਂ ਸਵੀਟੀ ਪਟੇਲ ਦੇ ਨਾਲ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਹਾਂ ਔਰ ਮੈਂ ਇੱਥੇ ਰਹਿ ਰਿਹਾ। ਪਰ ਸਵੀਟੀ ਪਟੇਲ ਇਸ ਰਿਸ਼ਤੇ ਨੂੰ ਬਹੁਤ ਸੀਰੀਅਸਲੀ ਲੈ ਰਹੀ ਹੁੰਦੀ ਹੈ ਕਿਉਂਕਿ ਉਹ ਇੱਕ ਵਾਰ ਅੱਗੇ ਹੀ ਠੋਕਰ ਖਾ ਚੁੱਕੀ ਆ। ਇੱਕ ਆਪਣਾ ਘਰ ਵਸਦਾ ਰਸਦਾ ਬੱਚਾ ਛੱਡ ਕੇ USA ਤੋਂ ਵਾਪਸ ਇੰਡੀਆ ਆਈ ਹੁੰਦੀ ਆ ਔਰ ਉਹ ਇੱਕ ਜ਼ਿੰਦਗੀ ਦੇ ਵਿੱਚ ਹੁਣ ਠਹਿਰਾ ਚਾਹੁੰਦੀ ਆ, ਇੱਕ ਸਿੰਸੀਅਰ ਰਿਲੇਸ਼ਨਸ਼ਿਪ ਚਾਹੁੰਦੀ ਆ, ਇੱਕ ਚੰਗੀ ਜ਼ਿੰਦਗੀ ਚਾਹੁੰਦੀ ਆ। ਔਰ ਉਹਦੇ 'ਚ ਉਹ ਅਜੇ ਦੇਸਾਈ ਨੂੰ ਕਹਿੰਦੀ ਹੈ ਕਿ ਜੇ ਅਸੀਂ ਇਸ ਤਰ੍ਹਾਂ ਰਹਿ ਰਹੇ ਹਾਂ, ਐਜ਼ ਏ ਕਪਲ ਰਹਿ ਰਹੇ ਹਾਂ ਅਤੇ ਅਸੀਂ ਐਜ਼ ਏ ਹਸਬੈਂਡ ਵਾਈਫ ਹੀ ਹਾਂ ਅਤੇ ਇਸ ਜਿਹੜੇ ਰਿਸ਼ਤੇ ਨੂੰ ਜਿਹੜੀ ਜੇ ਕੋਈ ਆਪਾਂ ਸੋਸ਼ਲ ਸਟੈਂਪ ਵੀ ਲਵਾਉਣ ਦੀ ਲੋੜ ਆ ਅਤੇ ਉਹ ਸੋਸ਼ਲ ਸਟੈਂਪ ਵੀ ਆਪਾਂ ਇਹਦੇ ਉੱਤੇ ਲਵਾ ਲਈਏ ਔਰ ਇਸ ਰਿਸ਼ਤੇ ਨੂੰ ਆਪਾਂ ਸੋਸ਼ਲੀ ਡਿਕਲੇਅਰ ਕਰੀਏ ਔਰ ਫੈਮਲੀਜ਼ ਨੂੰ ਇਹਦੇ ਵਿੱਚ ਇਨਵੋਲਵ ਕਰੀਏ। ਔਰ ਅਜੇ ਦੇਸਾਈ ਇਸ ਗੱਲ ਨੂੰ ਟਾਲਦਾ ਰਹਿੰਦਾ ਇਹ ਬੋਲ ਕੇ ਕਿ ਲੈਟ ਦਾ ਰਾਈਟ ਟਾਈਮ ਕਮ, ਜਦੋਂ ਸਹੀ ਸਮਾਂ ਆ ਜਾਊਗਾ ਆਪਾਂ ਇਸ ਰਿਸ਼ਤੇ ਨੂੰ ਇੱਕ ਸਮਾਜਿਕ ਪ੍ਰਵਾਨਗੀ ਵੀ ਦਿਵਾ ਲਾਂਗੇ ਔਰ ਇਹ ਰਿਸ਼ਤਾ ਇੱਕ ਸਮਾਜਿਕ ਤੌਰ ਦੇ ਉੱਤੇ ਪ੍ਰਵਾਨਕ ਰਿਸ਼ਤੇ ਵਾਂਗੂ ਜਿਹੜਾ ਇਹ ਅੱਗੇ ਵਧੂਗਾ। ਇਨ ਦਾ ਮੇਨ ਟਾਈਮ 2017 ਦੇ ਵਿੱਚ ਸਵੀਟੀ ਪਟੇਲ ਪ੍ਰੈਗਨੈਂਟ ਹੋ ਜਾਂਦੀ ਆ ਬਟ ਉਹ ਜਿਹੜੀ ਇਹ ਆਪਣੀ ਪ੍ਰੈਗਨੈਂਸੀ ਆ ਇਹ ਅਜੇ ਦੇਸਾਈ ਦੇ ਕੋਲ ਰਿਵੀਲ ਨਹੀਂ ਕਰਦੀ ਕਿਉਂਕਿ ਉਹਨੂੰ ਇਹ ਲੱਗਦਾ ਕਿ ਜੇ ਮੈਂ ਅਜੇ ਦੇਸਾਈ ਦੇ ਕੋਲ ਆਪਣੀ ਪ੍ਰੈਗਨੈਂਸੀ ਨੂੰ ਰਿਵੀਲ ਕੀਤਾ ਤੇ ਸ਼ਾਇਦ ਅਜੇ ਦੇਸਾਈ ਮੈਨੂੰ ਅਬੋਰਸ਼ਨ ਲਈ ਜ਼ੋਰ ਪਾਊਗਾ। ਤੇ ਜਦੋਂ ਉਹ ਅਬੋਰਸ਼ਨ ਹੋਣ ਵਾਲੇ ਪੀਰੀਅਡ ਤੋਂ ਤਕਰੀਬਨ 4 ਮਹੀਨੇ ਦੀ ਪ੍ਰੈਗਨੈਂਸੀ ਹੋ ਜਾਂਦੀ ਆ ਤੇ ਉਹ ਅਜੇ ਦੇਸਾਈ ਨੂੰ ਦੱਸਦੀ ਆ ਕਿ ਮੈਂ ਇੱਕ ਬੱਚੇ ਦੀ ਮਾਂ ਬਣਨ ਵਾਲੀ ਆ ਔਰ ਇਸ ਬੱਚੇ ਨੂੰ ਮੈਂ ਜਨਮ ਦੇਣਾ ਚਾਹੁੰਦੀ ਹਾਂ। ਅਜੇ ਦੇਸਾਈ ਇਸ ਗੱਲ ਦੇ ਉੱਤੇ ਬਹੁਤ ਗੁੱਸੇ 'ਚ ਆ ਜਾਂਦਾ। ਉਹ ਇਸ ਬੱਚੇ ਨੂੰ ਇਸ ਦੁਨੀਆ ਦੇ ਵਿੱਚ ਲਿਆਉਣਾ ਨਹੀਂ ਚਾਹੁੰਦਾ ਹੁੰਦਾ ਔਰ ਉਹ ਫੋਰਸ ਕਰਦਾ ਸਵੀਟੀ ਪਟੇਲ ਨੂੰ ਕਿ ਇਸ ਬੱਚੇ ਨੂੰ ਆਪਾਂ ਅਬੋਰਟ ਕਰਾ ਦਈਏ। ਪਰ ਉਹ ਕਹਿੰਦੀ ਕਿ ਨਹੀਂ, ਡਾਕਟਰ ਨੇ ਇਹੀ ਸਲਾਹ ਆ ਕਿ ਇਹ ਅਬੋਰਸ਼ਨ ਹੁਣ ਨਹੀਂ ਹੋ ਸਕਦਾ, ਇਹ ਮੇਰੀ ਵੀ ਜਾਨ ਲਈ ਉਹਨਾਂ ਖਤਰਾ ਆ। ਸੋ ਅਜੇ ਦੇਸਾਈ ਨਾ ਚਾਹੁੰਦੇ ਹੋਏ ਵੀ ਇਸ ਗੱਲ ਦੇ ਨਾਲ ਸਹਿਮਤ ਹੋ ਜਾਂਦਾ ਕਿ ਇਸ ਬੱਚੇ ਨੂੰ ਜਨਮ ਦਿੱਤਾ ਜਾਵੇ। ਔਰ ਇੱਥੇ ਇਹ ਗੱਲ ਜਦੋਂ ਗਾਂਹ ਵੱਧਦੀ ਆ, ਬੱਚੇ ਦਾ ਵੀ ਜਨਮ ਹੋਣ ਵਾਲਾ ਹੁੰਦਾ, ਉੱਧਰੋਂ ਅਜੇ ਦੇਸਾਈ ਦਾ ਜਿਹੜਾ ਪਰਿਵਾਰ ਆ, ਅਜੇ ਦੇਸਾਈ ਦੀ ਜਿਹੜੀ ਅੰਗੇਜਮੈਂਟ ਆ ਇੱਕ ਆਪਣੇ ਹੀ ਬਰਾਦਰੀ ਦੇ ਵਿੱਚ ਇੱਕ ਲੜਕੀ ਨਾਲ ਕਰ ਦਿੰਦੇ ਆ। ਔਰ ਜਿਹੜੀ ਇਹਦੀ ਅਜੇ ਦੇਸਾਈ ਵਾਲੀ ਦੀ ਬਰਾਦਰੀ ਆ ਉੱਥੇ ਇੱਕ ਜਿਹੜੀ ਡੌਰੀ ਆ ਉਹ ਇੱਕ ਬੜੀ ਪ੍ਰਾਈਮ ਇੰਪੋਰਟੈਂਸ ਰੱਖਦੀ ਆ। ਵਿਆਹਾਂ ਦੇ ਵਿੱਚ ਭਾਰੀ ਡੌਰੀ ਦਾ ਲੈਣ ਦੇਣ ਇੱਕ ਆਮ ਰਿਵਾਜ ਆ ਔਰ ਬੜਾ ਖੁੱਲ੍ਹ ਕੇ ਕੀਤਾ ਜਾਂਦਾ। ਔਰ ਅਜੇ ਦੇਸਾਈ ਨੂੰ ਵੀ ਇੱਕ ਲਾਲਚ ਹੁੰਦਾ ਕਿ ਜਦੋਂ ਮੈਂ ਇਹ ਆਪਣੀ ਬਰਾਦਰੀ ਦੇ ਵਿੱਚ ਵਿਆਹ ਕਰਾਊਂਗਾ ਤਾਂ ਸ਼ਾਇਦ ਮੈਨੂੰ ਕਾਫੀ ਹੈਵੀ ਡੌਰੀ ਮਿਲੂਗੀ। ਔਰ ਇਹ ਗੱਲ ਸੱਚ ਵੀ ਹੁੰਦੀ ਆ। ਅਜੇ ਦੇਸਾਈ ਉਸ ਲੜਕੀ ਦੇ ਨਾਲ ਮੈਰਿਜ ਕਰਵਾ ਲੈਂਦਾ। ਉਸ ਮੈਰਿਜ ਦੇ ਵਿੱਚ ਉਹਨੂੰ 25 ਲੱਖ ਰੁਪਇਆ ਕੈਸ਼ ਮਿਲਦਾ ਔਰ ਹੋਰ ਜਿਹੜੀਆਂ ਮਟੀਰੀਅਲਸ ਆ, ਹੋਰ ਗਿਫਟਸ ਆ, ਉਹ ਕਾਫੀ ਸਾਰੇ ਕੀਮਤੀ ਮਿਲਦੇ ਉਹਨੂੰ। ਔਰ ਅਜੇ ਦੇਸਾਈ ਇਸ ਚੀਜ਼ ਨੂੰ ਸਵੀਟੀ ਪਟੇਲ ਕੋਲ ਵੀ ਰਿਵੀਲ ਨਹੀਂ ਕਰਦਾ ਕਿ ਉਹਨੇ ਇੱਕ ਮੈਰਿਜ ਕਰਵਾ ਚੁੱਕੀ ਆ, ਹੋਰ ਕਰਵਾ ਲਈ ਆ। ਪਰ ਉਹ ਇਹਨੂੰ ਇਹ ਦੱਸਦਾ ਕਿ ਫੈਮਿਲੀ ਪ੍ਰੈਸ਼ਰ ਦੇ ਅੰਡਰ ਮੈਨੂੰ ਅੰਗੇਜਮੈਂਟ ਕਰਾਉਣੀ ਪੈ ਰਹੀ ਆ ਔਰ ਮੈਂ ਇਹ ਅੰਗੇਜਮੈਂਟ ਕਰਾਉਣੀ ਆ ਔਰ ਉਸ ਤੋਂ ਬਾਅਦ ਜਦੋਂ ਵੀ ਮੈਨੂੰ ਮੌਕਾ ਮਿਲਿਆ ਮੈਂ ਇਸ ਅੰਗੇਜਮੈਂਟ ਨੂੰ ਤੋੜ ਦੂੰਗਾ। ਸਵੀਟੀ ਪਟੇਲ ਨਾ ਚਾਹੁੰਦੇ ਹੋਏ ਵੀ ਇਸ ਗੱਲ ਨੂੰ ਅਸੈਪਟ ਕਰਦੀ ਕਿ ਠੀਕ ਆ, ਜੇ ਤੂੰ ਫੈਮਿਲੀ ਪ੍ਰੈਸ਼ਰ ਅੱਗੇ ਤੈਨੂੰ ਝੁਕਣਾ ਪਿਆ, ਪਰ ਇਹ ਜਿਹੜਾ ਰਿਸ਼ਤਾ ਆ, ਤੇਰੀ ਅੰਗੇਜਮੈਂਟ ਆ, ਕਦੀ ਵੀ ਮੈਰਿਜ ਤੱਕ ਨਹੀਂ ਪਹੁੰਚੂਗੀ। ਅਜੇ ਦੇਸਾਈ ਇਸ ਚੀਜ਼ ਨਾਲ ਸਹਿਮਤੀ ਪ੍ਰਗਟ ਕਰਦਾ ਆ। ਪਰ ਜਦੋਂ ਉਹਦੀ ਮੈਰਿਜ ਅਜੇ ਦੇਸਾਈ ਦੀ ਹੋ ਜਾਂਦੀ ਆ, ਉਹ ਸਵੀਟੀ ਪਟੇਲ ਨੂੰ ਇਸ ਦੇ ਬਾਰੇ ਕੁਝ ਵੀ ਨਹੀਂ ਦੱਸਦਾ ਅਤੇ ਇਹ ਜਿਹੜਾ ਅਜੇ ਦੇਸਾਈ ਦਾ ਆਉਣ ਜਾਣ ਹੁਣ ਦੋਨਾਂ ਘਰਾਂ ਦੇ ਵਿੱਚ ਲੱਗਾ ਰਹਿੰਦਾ। ਕਦੀ ਕੋਈ 2-4 ਦਿਨ ਉਹ ਸਵੀਟੀ ਪਟੇਲ ਦੇ ਕੋਲ ਰਹਿੰਦਾ, 2-4 ਦਿਨ ਆਪਣੀ ਜਿਹੜੀ ਨਿਊਲੀ ਵੈਡਿਡ ਵਾਈਫ ਆ ਉਹਦੇ ਕੋਲ ਰਹਿੰਦਾ। ਇਸ ਤਰ੍ਹਾਂ ਉਹ ਟਾਈਮ ਪਾਸ ਕਰਦਾ ਰਹਿੰਦਾ। ਪਰ ਇਹ ਜਿਹੜੇ ਰਿਸ਼ਤੇ ਆ ਇਸ ਤਰ੍ਹਾਂ ਕਿੰਨੀ ਕੁ ਦੇਰ ਲੁਕਾਏ ਜਾ ਸਕਦੇ ਆ। ਅਲਟੀਮੇਟਲੀ ਇਹ ਤੱਥ ਸਵੀਟੀ ਪਟੇਲ ਦੇ ਸਾਹਮਣੇ ਆ ਜਾਂਦਾ ਕਿ ਅਜੇ ਦੇਸਾਈ ਮੈਰਿਜ ਕਰ ਚੁੱਕਾ ਆ ਔਰ ਸਵੀਟੀ ਪਟੇਲ ਇਸ ਦੇ ਨਾਲ ਬਹੁਤ ਹੀ ਜ਼ਿਆਦਾ ਗੁੱਸੇ 'ਚ ਆ ਜਾਂਦੀ ਆ ਔਰ ਉਹ ਇਸ ਚੀਜ਼ ਨੂੰ ਅਸੈਪਟ ਨਹੀਂ ਕਰ ਪਾਉਂਦੀ, ਜਿਸ ਕਰਕੇ ਇਹਨਾਂ ਦੇ ਵਿੱਚ ਅਜੇ ਦੇਸਾਈ ਦੇ ਵਿੱਚ ਔਰ ਸਵੀਟੀ ਪਟੇਲ ਦੇ ਵਿੱਚ ਗਾਇਬ ਆਮ ਹੀ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਆ। ਅਜੇ ਦੇਸਾਈ ਉਸਨੂੰ ਇਨਸ਼ੋਰ ਕਰਦਾ ਕਿ ਮੈਂ ਇਸ ਰਿਸ਼ਤੇ ਤੋਂ ਛੁਟਕਾਰਾ ਪਾ ਲੂੰਗਾ, ਪਰ ਮੈਨੂੰ ਕੁਝ ਨਾ ਕੁਝ, ਕਿਉਂਕਿ ਮੈਂ ਇੱਕ ਗਵਰਨਮੈਂਟ ਆਫਿਸਰ ਆ ਔਰ ਬਾਈਗੈਮੀ ਇਹਦੇ ਵਿੱਚ ਇੱਕ ਜੁਰਮ ਆ। ਜੇ ਇਹ ਮੇਰਾ ਜੁਰਮ ਸਾਹਮਣੇ ਆ ਜਾਂਦਾ ਕਿ ਮੈਂ ਤੇਰੇ ਨਾਲ ਵੀ ਵਿਆਹ ਕਰਵਾ ਲਾਂ, ਉਹਦੇ ਨਾਲ ਵੀ ਵਿਆਹ ਕਰਾਵਾਂ, ਅਤੇ ਇੱਕ ਤਾਂ ਮੈਨੂੰ ਕਾਨੂੰਨੀ
ਪੱਖ ਦਾ ਸਾਹਮਣਾ ਕਰਨਾ ਪਊਗਾ ਔਰ ਇੱਕ ਮੇਰੀ ਜੌਬ ਵੀ ਜਿਹੜੀ ਆ ਉਹਦੇ 'ਚ ਮੈਨੂੰ ਲੂਜ਼ ਕਰਨੀ ਪਊਗੀ। ਸਵੀਟੀ ਪਟੇਲ ਉਹਨੂੰ ਕਹਿੰਦੀ ਕਿ ਤੂੰ ਇਸ ਚੀਜ਼ ਤੋਂ ਜਿੰਨੀ ਜਲਦੀ ਹੋ ਸਕਦਾ ਉਸ ਮੈਰਿਜ ਤੋਂ ਛੁਟਕਾਰਾ ਪਾ ਜਾਂ ਮੇਰੇ ਤੋਂ ਪਾ ਲਾ। ਔਰ ਜਦੋਂ ਇੱਕ ਦਿਨ ਉਹ ਗੁੱਸੇ ਦੇ ਵਿੱਚ ਜਦੋਂ ਲੜਾਈ ਕਰ ਰਹੀ ਹੁੰਦੀ ਆ ਔਰ ਸਵੀਟੀ ਪਟੇਲ ਉਹਨੂੰ ਇਹ ਗੱਲ ਅਜੇ ਦੇਸਾਈ ਨੂੰ ਕਹਿੰਦੀ ਆ ਕਿ ਇਹਦਾ ਇੱਕੋ ਹੀ ਹੱਲ ਆ, ਜਾਂ ਤੂੰ ਮੈਨੂੰ ਮਾਰ ਦੇ ਤੇ ਜਾਂ ਉਹਨੂੰ ਮਾਰ ਦੇ, ਤੇਰੇ ਵਾਸਤੇ ਇਸ ਤੋਂ ਉੱਤੇ ਕੋਈ ਵੀ ਗੱਲ ਨਹੀਂ ਹੈਗੀ ਕਿ ਜਾਂ ਫਿਰ ਹੁਣ ਮੈਂ ਮਰੂੰਗੀ ਤੇ ਜਾਂ ਉਹ ਮਰੂਗੀ, ਤੇਰਾ ਤਾਂ ਹੀ ਛੁਟਕਾਰਾ ਹੋ ਸਕਦਾ। ਕਿਉਂਕਿ ਅਜੇ ਦੇਸਾਈ ਜਿਹੜਾ ਆ ਡਾਈਵੋਰਸ ਵੀ ਨਹੀਂ ਲੈਣਾ ਚਾਹੁੰਦਾ, ਕਿਉਂਕਿ ਉਹ ਜਿਹੜੀ ਇੱਕ ਭਾਰੀ ਭਰਕਮ ਜਿਹੜੀ ਡੌਰੀ ਲੈ ਚੁੱਕਾ ਹੁੰਦਾ ਆ, ਉਹਨੂੰ ਉਹਦਾ ਵੀ ਮੋਹ उसदे नाल बहुत ज़्यादा हुंदा। उस डॉरी आर्टिकल के उत्तों 25 लाख रुपया जिहड़ा कैश आ ਉਹਨੂੰ ਵੀ ਉਹ ਸਾਈਡ ਤੇ ਨਹੀਂ ਕਰਨਾ ਚਾਹੁੰਦਾ ਹੁੰਦਾ ਕਿ ਮੇਰੇ ਹੱਥੋਂ 25 ਲੱਖ ਰੁਪਇਆ ਕੈਸ਼ ਵੀ ਚੱਲ ਜੇ, ਜਿਹੜੀ ਡੌਰੀ ਮੈਨੂੰ ਮਿਲੀ ਆ ਮੈਂ ਉਹ ਤੋਂ ਵੀ ਹੱਥ ਧੋ ਬਵਾਂ। ਪਰ ਜਿਹੜੀ ਗੱਲ ਸਵੀਟੀ ਪਟੇਲ ਇਹ ਗੱਲ ਕਰਦੀ ਆ ਕਿ ਜਾਂ ਤੂੰ ਮੈਨੂੰ ਮਾਰ ਦੇ ਜਾਂ ਤੂੰ ਉਹਨੂੰ ਮਾਰ ਦੇ, ਇਸ ਚੀਜ਼ ਨੂੰ ਅਜੇ ਦੇਸਾਈ ਸੀਰੀਅਸਲੀ ਲੈ ਜਾਂਦਾ। ਸੀਰੀਅਸਲੀ ਲੈ ਕੇ ਉੱਤੇ ਉਹ ਸੀਰੀਅਸਲੀ ਸੋਚਣਾ ਸ਼ੁਰੂ ਕਰ ਦਿੰਦਾ ਕਿ ਮੈਨੂੰ ਸ਼ਾਇਦ ਹੁਣ ਇਹਨਾਂ 'ਚੋਂ ਇੱਕ ਤੋਂ ਛੁਟਕਾਰਾ ਪਾਉਣਾ ਹੀ ਪੈਣਾ। ਪਰ ਉਹ ਇਹ ਡਿਸਾਈਡ ਕਰਦਾ ਜੇ ਛੁਟਕਾਰਾ ਪਾਉਣਾ ਤਾਂ ਫਿਰ ਸਵੀਟੀ ਪਟੇਲ ਤੋਂ ਹੀ ਛੁਟਕਾਰਾ ਪਾਉਣਾ, ਕਿਉਂਕਿ ਦੂਜੇ ਪਾਸੇ ਜਿੱਥੇ ਮੇਰਾ ਵਿਆਹ ਹੋਇਆ ਆ ਉਹ ਮੇਰੀ ਫੈਮਿਲੀ ਦੀਆਂ ਵਿਸ਼ਿਸ ਦੇ ਅਕੋਰਡਿੰਗਲੀ ਹੋਇਆ ਆ। ਜੇ ਮੈਂ ਉੱਥੇ ਉਸ ਮੈਰਿਜ ਤੋਂ ਛੁਟਕਾਰਾ ਪਾਊਂਗਾ ਤਾਂ ਮੈਨੂੰ ਜਿਹੜੀ ਡੌਰੀ ਮਿਲੀ ਆ, ਜਿਹੜਾ 25 ਲੱਖ ਰੁਪਇਆ ਕੈਸ਼ ਮਿਲਿਆ ਆ, ਮੈਨੂੰ ਉਸ ਤੋਂ ਵੀ ਹੱਥ ਧੋਣਾ ਪਊਗਾ। ਔਰ ਉਹਦੇ ਵਾਸਤੇ ਮਟੀਰੀਅਲਸ ਔਰ ਪੈਸਾ ਜਿਹੜਾ ਜ਼ਿਆਦਾ ਰਿਸ਼ਤਿਆਂ ਨਾਲੋਂ ਅਹਿਮੀਅਤ ਰੱਖਦਾ ਜੇ ਦੇਸਾਈ ਵਾਸਤੇ, ਤੇ ਇਸ ਕਰਕੇ ਉਹ ਪੈਸੇ ਤੇ ਮਟੀਰੀਅਲਸ ਨਾਲ ਸਟਿਕ ਅਰਾਊਂਡ ਰਹਿਣਾ ਚਾਹੁੰਦਾ। ਨਾ ਉਹਦੇ ਵਾਸਤੇ ਸਵੀਟੀ ਪਟੇਲ ਮੈਟਰ ਕਰਦੀ ਆ ਔਰ ਨਾ ਉਹਦੀ ਜਿਹੜੀ ਨਵੀਂ ਵਿਆਹੀ ਵਾਈਫ ਆ ਉਹ ਮੈਟਰ ਕਰਦੀ ਆ। ਜੇ ਅਜੇ ਦੇਸਾਈ ਦੀ ਕੋਈ ਪ੍ਰਾਈਮ ਇੰਪੋਰਟੈਂਸ ਜ਼ਿੰਦਗੀ ਦੇ ਵਿੱਚ ਹੁੰਦੀ ਆ ਉਹ ਪੈਸਾ ਤੇ ਮਟੀਰੀਅਲਸ ਹੁੰਦੀ ਆ। ਔਰ ਇਸ ਘਟੀਆ ਸੋਚ ਦੇ ਨਾਲ ਅੱਗੇ ਵੱਧ ਆਇਆ ਅਜੇ ਦੇਸਾਈ ਪਲੈਨਿੰਗਸ ਕਰਨੀਆਂ ਸ਼ੁਰੂ ਕਰ ਦਿੰਦਾ। ਔਰ ਕਿਉਂਕਿ ਅਜੇ ਦੇਸਾਈ ਇੱਕ ਪੁਲਿਸ ਆਫਿਸਰ ਆ, ਉਹਨੂੰ ਜੁਰਮ ਦੇ ਨਾਲ ਰਿਲੇਟਡ ਹਰ ਚੀਜ਼ ਦਾ ਬਹੁਤ ਚੰਗੀ ਤਰ੍ਹਾਂ ਗਿਆਨ ਹੁੰਦਾ। ਉਹਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਹੁੰਦਾ ਕਿ ਆਪਾਂ ਜੁਰਮ ਨੂੰ ਕਿਸ ਤਰ੍ਹਾਂ ਸਰੰਜਾਮ ਦੇ ਸਕਦੇ ਹਾਂ ਔਰ ਜੁਰਮ ਨੂੰ ਕਿਸ ਤਰ੍ਹਾਂ ਲੁਕਾ ਸਕਦੇ ਹਾਂ, ਤੇ ਜੇ ਜੁਰਮ ਕਰਕੇ ਕਿੰਨਾ ਪੱਖਾਂ ਤੋਂ ਬੰਦਾ ਪਕੜਿਆ ਜਾ ਸਕਦਾ ਔਰ ਕਿੰਨਾ ਪੱਖਾਂ ਤੋਂ ਆਪਣੇ ਆਪ ਨੂੰ ਬਚਾ ਸਕਦਾ। ਕਿਉਂਕਿ ਇਹ ਬੀਇੰਗ ਅ ਲਾਅ ਇਨਫੋਰਸਮੈਂਟ ਏਜੰਸੀ ਦਾ ਆਫਿਸਰ, ਉਹਨੂੰ ਹਰ ਚੀਜ਼ ਦਾ ਬੜੀ ਚੰਗੀ ਤਰ੍ਹਾਂ ਪਤਾ ਹੁੰਦਾ ਔਰ ਉਹ ਇੱਕ ਫੂਲ ਪ੍ਰੂਫ ਪਲੈਨਿੰਗ ਜਿਹੜੀ ਆ ਉਹ ਕਰਦਾ ਆ। ਇਹਦੇ ਵਿੱਚ ਇਹਦਾ ਇੱਕ ਦੋਸਤ ਹੁੰਦਾ, ਜਿਸ ਤਰ੍ਹਾਂ ਪੋਲੀਟੀਸ਼ੀਅਨ ਦੇ ਤੇ ਪੁਲਿਸ ਦਾ ਇੱਕ ਬੜਾ ਕਲੋਜ਼ ਨੈਕਸਸ ਹੁੰਦਾ, ਬੜਾ ਕਲੋਜ਼ ਰਿਲੇਸ਼ਨ ਹੁੰਦੇ ਆ। ਪੁਲਿਸ ਔਰ ਪੋਲੀਟੀਸ਼ੀਅਨਸ ਜਿਹੜੇ ਆ ਆਪਸ 'ਚ ਇੱਕ ਦੋਸਤਾਨਾ ਮਾਹੌਲ ਦੇ ਵਿੱਚ ਰਹਿੰਦੇ ਆ। ਔਰ ਇਸੇ ਤਰ੍ਹਾਂ ਹੀ ਅਜੇ ਦੇਸਾਈ ਦਾ ਵੀ ਇੱਕ ਪੋਲੀਟੀਸ਼ੀਅਨ ਦੋਸਤ ਹੁੰਦਾ, ਕਿਰਤ ਸਿੰਘ ਜਾਡੇਜਾ, ਜਿਹੜਾ ਕਿ ਇੱਕ ਬਾਈ ਇਲੈਕਸ਼ਨ ਦੇ ਵਿੱਚ MLA ਦੀ ਇਲੈਕਸ਼ਨ ਵੀ ਲੜ ਚੁੱਕਿਆ ਹੁੰਦਾ। ਉਹਦਾ ਇੱਕ ਸ਼ਹਿਰ ਤੋਂ ਬਾਹਰ ਹੋਟਲ ਹੁੰਦਾ। ਉਹ ਹੋਟਲ ਕਿਉਂਕਿ ਕਰੋਨਾ ਕਾਲ ਦੇ ਵਿੱਚ ਚੱਲ ਨਹੀਂ ਰਿਹਾ ਹੁੰਦਾ, ਪਰ ਉੱਥੇ ਆਮ ਪਬਲਿਕ ਲਈ ਉਹ ਬੰਦ ਹੁੰਦਾ, ਪਰ ਜਿਹੜੇ ਇਹਨਾਂ ਦੇ ਆਪਸ 'ਚ ਕਲੋਜ਼ ਪਰਸਨ ਹੁੰਦੇ ਆ ਉਹ ਉੱਥੇ ਗਾਏ ਬਗਾਏ ਆਉਂਦੇ ਜਾਂਦੇ ਰਹਿੰਦੇ ਆ, ਉਹਨਾਂ ਵਾਸਤੇ ਉਹ ਖੁੱਲ੍ਹਾ ਹੁੰਦਾ। ਅਜੇ ਦੇਸਾਈ ਦੀ ਪਲੈਨਿੰਗ ਇਹ ਹੁੰਦੀ ਆ ਕਿ ਸਵੀਟੀ ਪਟੇਲ ਨੂੰ ਮੈਂ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਲੈ ਕੇ ਜਾਵਾਂ, ਉੱਥੇ ਮੈਂ ਉਹਦਾ ਮਰਡਰ ਕਰਾਂ, ਉੱਥੇ ਉਹਦੀ ਡੈੱਡ ਬੋਡੀ ਜਿਹੜੀ ਆ ਮੈਂ ਡੰਪ ਕਰ ਦੂੰਗਾ। ਉਸੇ ਪਲੈਨਿੰਗ ਦੇ ਚੱਲਦੇ ਹੀ ਇਹ ਕਰਨਾ ਸ਼ੁਰੂ ਕਰਨ ਦਾ ਉਹ ਜਿਹੜਾ ਇਸ ਦੇ ਦੌਰਾਨ ਜਿਹੜਾ ਆ ਸਵੀਟੀ ਪਟੇਲ ਇੱਕ ਬੱਚੇ ਨੂੰ ਵੀ ਜਨਮ ਦੇ ਦਿੰਦੀ ਆ ਔਰ ਇੱਕ ਮੇਲ ਚਾਈਲਡ ਨੂੰ ਜਨਮ ਦਿੰਦੀ ਆ। ਹੁਣ ਇਹਨੂੰ ਹੁੰਦਾ ਕਿ ਜਿਹੜਾ ਮੇਲ ਚਾਈਲਡ ਆ ਮੈਂ ਉਹਨੂੰ ਰੱਖਾਂ ਤੇ ਸਵੀਟੀ ਪਟੇਲ ਨੂੰ ਮੈਂ ਮਾਰਦਾ। ਜਿਹੜੀ ਅਜੇ ਦੇਸਾਈ ਦੀ ਜਿਹੜੀ ਪਲੈਨਿੰਗ ਆ ਇਸ ਐਂਗਲ ਦੇ ਉੱਤੇ ਚੱਲ ਰਹੀ ਹੁੰਦੀ ਆ। ਪਰ ਉਸ ਤੋਂ ਪਹਿਲਾਂ ਹੀ ਜਦੋਂ ਉਹਨੇ ਆਪਣੀ ਪਲੈਨਿੰਗ ਨੂੰ ਅੰਜਾਮ ਦੇਣਾ ਹੁੰਦਾ ਆ, ਉਸ ਤੋਂ ਪਹਿਲਾਂ ਜਦੋਂ ਇੱਕ ਦਿਨ ਉਹ ਸਵੀਟੀ ਪਟੇਲ ਕੋਲ ਘਰ ਜਾਂਦਾ ਤੇ ਇਹ ਜਿਹੜੇ ਆ ਸਵੀਟੀ ਪਟੇਲ ਦਾ ਡਾਈਵੋਰਸ ਨੂੰ ਜਾਂ ਦੂਸਰੀ ਵਾਈਫ ਤੋਂ ਪਿੱਛਾ ਛਡਾਉਣ ਨੂੰ ਲੈ ਕੇ ਉਹਨਾਂ ਦਾ ਆਪਸ 'ਚ ਫਿਰ ਆਰਗੂਮੈਂਟ ਸ਼ੁਰੂ ਹੋ ਜਾਂਦਾ। ਉਹ ਆਰਗੂਮੈਂਟ ਹਿੰਸਕ ਰੂਪ ਲੈ ਜਾਂਦਾ, ਇਹ ਆਪਸ 'ਚ ਹੱਥੋਂ ਪਾਈ ਹੋਣਾ ਸ਼ੁਰੂ ਹੋ ਜਾਂਦੇ ਆ। ਔਰ ਉਸੇ ਆਰਗੂਮੈਂਟ ਦੇ ਦੌਰਾਨ ਜਿਹੜਾ ਅਜੇ ਦੇਸਾਈ ਆ ਸਵੀਟੀ ਪਟੇਲ ਦਾ ਗਲਾ ਦਬਾ ਦਿੰਦਾ। ਔਰ ਉਹਨੂੰ ਹੋਸ਼ ਉਦੋਂ ਆਉਂਦੀ ਆ ਅਜੇ ਦੇਸਾਈ ਨੂੰ, ਉਦੋਂ ਪਤਾ ਲੱਗਦਾ ਜਦੋਂ ਸਵੀਟੀ ਦਮ ਤੋੜ ਚੁੱਕੀ ਹੁੰਦੀ ਆ। ਇਹ ਜਿਹੜੀ ਹੁਣ ਅਚਨਚੇਤ ਹਮਲਾ ਕਰਕੇ ਜਿਹੜਾ ਇਹਦੀ ਹੱਤਿਆ ਕਰ ਦਿੱਤੀ ਗਈ ਸਵੀਟੀ ਪਟੇਲ ਵੱਲੋਂ, ਇਹ ਅਜੇ ਦੇਸਾਈ ਦੀ ਪਲੈਨਿੰਗ ਦੇ ਅਕੋਰਡਿੰਗਲੀ ਨਹੀਂ ਸੀ। ਜਿਸ ਤਰ੍ਹਾਂ ਉਹ ਫੂਲ ਪ੍ਰੂਫ ਪਲੈਨਿੰਗ ਕਰ ਰਿਹਾ ਸੀਗਾ, ਉਸ ਤੋਂ ਪਹਿਲਾਂ ਹੀ ਇੱਕ ਅਚਾਨਕ ਵਰਤੀਆਂ ਘਟਨਾਵਾਂ ਦੇ ਦੌਰਾਨ ਸਵੀਟੀ ਪਟੇਲ ਦਾ ਉਹਦੇ ਹੱਥੋਂ ਕਤਲ ਹੋ ਜਾਂਦਾ। ਔਰ ਅਜੇ ਦੇਸਾਈ ਹੁਣ ਠੰਡੇ ਦਿਮਾਗ ਨਾਲ ਸੋਚਣਾ ਸ਼ੁਰੂ ਕਰਦਾ ਕਿ ਹੁਣ ਮੈਂ ਇਹਨਾਂ ਹਾਲਾਤਾਂ ਦੇ ਵਿੱਚ ਕੀ ਕਰਾਂ, ਕਿਸ ਤਰ੍ਹਾਂ ਮੈਂ ਇਹਨੂੰ ਛੁਟਕਾਰਾ ਪਾਵਾਂ, ਇਸ ਲਾਸ਼ ਨੂੰ ਕਿੱਥੇ ਮੈਂ ਡੰਪ ਕਰਾਂ, ਤੇ ਹੁਣ ਇਸ ਸਾਰੀ ਜਿਹੜੀ ਘਟਨਾਕ੍ਰਮ ਹੈ ਇਸ ਤੋਂ ਮੈਂ ਆਪਣਾ ਕਿਸ ਤਰ੍ਹਾਂ ਛੁਟਕਾਰਾ ਪਾਵਾਂ।
ਇਸ ਦੇ ਦੌਰਾਨ ਹੀ ਕਿਉਂਕਿ ਇਹਦੀ ਜਿਹੜੀ ਪਲੈਨਿੰਗ ਆਪਣੇ ਜਿਹੜਾ ਪੋਲੀਟੀਸ਼ੀਅਨ ਫਰੈਂਡ ਜਾਡੇਜਾ ਆ ਉਹਦੇ ਹੋਟਲ ਨੂੰ ਵਰਤਣ ਦੀ ਹੁੰਦੀ ਆ, ਉਹ ਇਮੀਡੀਏਟਲੀ ਕਿਰਤ ਸਿੰਘ ਜਾਡੇਜਾ ਨੂੰ ਫੋਨ ਕਰਦਾ ਕਿ ਇਸ ਤਰ੍ਹਾਂ ਆ ਕਿ ਮੇਰੀ ਇੱਕ ਭੈਣ ਆ ਜਿਹਦਾ ਕਿਸੇ ਦੇ ਨਾਲ ਰਿਲੇਸ਼ਨਸ਼ਿਪ ਆ ਕਿਸੇ ਲੜਕੇ ਦੇ ਨਾਲ, ਅਤੇ ਉਹ ਉਸ ਲੜਕੇ ਤੋਂ ਪ੍ਰੈਗਨੈਂਟ ਹੋ ਚੁੱਕੀ ਆ ਔਰ ਮੇਰੀ ਫੈਮਿਲੀ ਐਕਸੈਪਟ ਨਹੀਂ ਕਰ ਪਾ ਰਹੀ ਔਰ ਮੇਰੀ ਫੈਮਿਲੀ ਨੇ ਮੇਰੀ ਡਿਊਟੀ ਲਾਈ ਕਿ ਇਹ ਮੇਰੀ ਭੈਣ ਤੋਂ ਛੁਟਕਾਰਾ ਆਪਾਂ ਕਰੀਏ, ਸਰ ਮੇਰੀ ਭੈਣ ਨੂੰ ਮਾਰ ਦਿੱਤਾ ਜਾਵੇ। ਹੁਣ ਮੈਂ ਆਪਣੀ ਭੈਣ ਦਾ ਕਤਲ ਕਰ ਰਿਹਾ ਅਤੇ ਇਹਦੀ ਜਿਹੜੀ ਲਾਸ਼ ਆ ਮੈਂ ਟਿਕਾਣੇ ਲਾਉਣੀ ਆ ਔਰ ਉਹ ਲਾਸ਼ ਮੈਂ ਤੇਰੇ ਕੋਲ ਲੈ ਕੇ ਆਊਂਗਾ, ਤੂੰ ਮੇਰੀ ਮਦਦ ਕਰਕੇ ਉਸ ਲਾਸ਼ ਨੂੰ ਕਿਸ ਤਰ੍ਹਾਂ ਟਿਕਾਣੇ ਲਾਇਆ ਜਾ ਸਕਦਾ। ਕਿਰਤ ਸਿੰਘ ਜਾਡੇਜਾ ਨੂੰ ਕਹਿੰਦਾ ਕਿ ਠੀਕ ਆ, ਤੂੰ ਮਾਰ ਕੇ ਲਾਸ਼ ਇੱਥੇ ਲੈ ਆ, ਮੇਰੇ ਹੋਟਲ ਦੇ ਅਰਾਊਂਡ ਇੰਨੀ ਪਾਪੂਲੇਸ਼ਨ ਵੀ ਨਹੀਂ ਆ, ਖਾਲੀ ਮੈਦਾਨ ਆ, ਆਪਾਂ ਰਾਤ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਸ ਲਾਸ਼ ਨੂੰ ਟਿਕਾਣੇ ਲਾ ਦਾਂਗੇ। ਔਰ ਕਿਰਤ ਸਿੰਘ ਜਾਡੇਜਾ ਉੱਥੇ ਲੱਕੜਾਂ ਵਗੈਰਾ ਇਕੱਠੀਆਂ ਕਰ ਲੈਂਦਾ ਔਰ ਉਸੇ ਦਾ ਮੇਨ ਟਾਈਮ ਰਾਤ ਨੂੰ ਜਿਹੜੀ ਇੱਕ ਬਲੈਂਕਟ ਦੇ ਵਿੱਚ ਲਪੇਟ ਕੇ ਸਵੀਟੀ ਪਟੇਲ ਦੀ ਲਾਸ਼ ਅਜੇ ਦੇਸਾਈ ਆਪਣੀ ਜਿਹੜੀ ਅਫੀਸ਼ੀਅਲ ਜੀਪ ਹੁੰਦੀ ਆ ਉਹਦੇ ਵਿੱਚ ਰੱਖ ਲੈਂਦਾ ਔਰ ਆਪਣੀ ਜਿਹੜੀ ਜੀਪ ਆ ਉਸੇ ਆਪਣੇ ਘਰ ਦੇ ਕੋਲ ਹੀ ਕਿਸੇ ਹੋਰ ਘਰ ਦੇ ਸਾਹਮਣੇ ਪਾਰਕ ਕਰ ਦਿੰਦਾ ਔਰ ਕੰਬਲ ਦੇ ਵਿੱਚ ਲਿਪਟੀ ਲਾਸ਼ ਪੂਰੀ ਰਾਤ ਉਸ ਜੀਪ ਦੇ ਵਿੱਚ ਇੱਕ ਹੋਰ ਘਰ ਦੇ ਸਾਹਮਣੇ ਪਈ ਰਹਿੰਦੀ ਆ ਔਰ ਉਸ ਲਾਸ਼ ਨੂੰ ਜਾਡੇਜਾ ਦੇ ਹੋਟਲ ਦੇ ਪਿੱਛੇ ਇੱਕ ਗਰਾਊਂਡ ਦੇ ਵਿੱਚ ਲਿਜਾ ਕੇ ਉਹ ਜਲਾ ਦਿੱਤਾ ਜਾਂਦਾ। ਔਰ ਇੱਥੇ ਅਜੇ ਦੇਸਾਈ ਸਵੀਟੀ ਪਟੇਲ ਦੇ ਬ੍ਰਦਰ ਨੂੰ ਜੈਦੀਪ ਪਟੇਲ ਨੂੰ ਕਾਲ ਕਰਕੇ ਦੱਸਦਾ ਕਿ ਸਵੀਟੀ ਪਟੇਲ ਦਾ ਮੇਰੇ ਨਾਲ ਝਗੜਾ ਹੋਇਆ ਔਰ ਉਸ ਝਗੜੇ ਦੇ ਦੌਰਾਨ ਉਹ ਗੁੱਸੇ 'ਚ ਆ ਕੇ ਘਰ ਛੱਡ ਕੇ ਚਲੇ ਗਈ ਆ ਤੇ ਕਿਤੇ ਉਹ ਤੁਹਾਡੇ ਕੋਲ ਤਾਂ ਨਹੀਂ ਆਈ। ਜੈਦੀਪ ਪਟੇਲ ਦੱਸਦਾ ਕਿ ਨਹੀਂ, ਉਹ ਸਾਡੇ ਕੋਲ ਤਾਂ ਨਹੀਂ ਪਹੁੰਚੀ। ਉਹ ਉਹਨੂੰ ਕਹਿੰਦਾ ਕਿ ਮੈਂ ਵੀ ਉਹਨੂੰ ਲੱਭ ਰਿਹਾ, ਤੁਸੀਂ ਲੱਭਣ ਦੀ ਕੋਸ਼ਿਸ਼ ਕਰੋ। ਔਰ ਜੈਦੀਪ ਪਟੇਲ ਅਤੇ ਉਹਦੀ ਫੈਮਿਲੀ ਵੀ ਸਵੀਟੀ ਪਟੇਲ ਨੂੰ ਲੱਭਣ ਲਈ ਇੱਧਰ ਉੱਧਰ ਦੌੜ ਭੱਜ ਕਰਨੀ ਸ਼ੁਰੂ ਕਰ ਦਿੰਦੇ ਆ, ਪਰ ਸਵੀਟੀ ਪਟੇਲ ਕਿਤੇ ਵੀ ਨਹੀਂ ਲੱਭਦੀ। ਜੈਦੀਪ ਪਟੇਲ ਫਿਰ ਪੁਲਿਸ ਨੂੰ ਅਪਰੋਚ ਕਰਦਾ। ਪੁਲਿਸ ਵੀ ਇਸ ਚੀਜ਼ ਨੂੰ ਸੀਰੀਅਸਲੀ ਨਹੀਂ ਲੈਂਦੀ ਕਿਉਂਕਿ ਉਹਨਾਂ ਦਾ ਆਪਣਾ ਹੀ ਇੱਕ ਆਫਿਸਰ ਇਹਦੇ ਨਾਲ ਵਿੱਚ ਇਨਵੋਲਵਡ ਹੁੰਦਾ ਆ ਔਰ ਉਹ ਕਿਉਂਕਿ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਵਿੱਚ ਉਹ ਪੋਸਟਡ ਹੁੰਦਾ, ਉਹ ਜਿਹੜਾ ਲੋਕਲ ਪੁਲਿਸ ਸਟੇਸ਼ਨ ਆ ਉੱਥੇ ਕਹਿੰਦਾ ਕੋਈ ਗੱਲ ਨਹੀਂ, ਮੈਂ ਸਰਚ ਕਰ ਰਿਹਾ, ਮੈਂ ਲੱਭ ਲੂੰਗਾ, ਤੁਹਾਨੂੰ ਜ਼ਿਆਦਾ ਸੀਰੀਅਸ ਹੋਣ ਦੀ ਲੋੜ ਨਹੀਂ ਇਹਦੇ 'ਚ ਕਿਉਂਕਿ ਮੇਰਾ ਘਰੇਲੂ ਮਸਲਾ ਆ ਅਤੇ ਮੈਂ ਆਪੇ ਹੀ ਲੱਭ ਲਾਂਗੇ। ਪਰ ਜਦੋਂ ਕਾਫੀ ਦਿਨ ਬੀਤ ਜਾਂਦੇ ਆ, ਸਵੀਟੀ ਪਟੇਲ ਦੀ ਲਾਸ਼ ਜਾਂ ਸਵੀਟੀ ਪਟੇਲ ਨਾ ਜਿੰਦਾ ਨਾ ਮੁਰਦਾ ਕਿਤੇ ਵੀ ਨਹੀਂ ਮਿਲਦੀ। ਇਨ ਦਾ ਮੇਨ ਟਾਈਮ ਜਦੋਂ ਇਹ ਖਬਰ ਸਵੀਟੀ ਪਟੇਲ ਦਾ ਜਿਹੜਾ ਪਹਿਲੀ ਮੈਰਿਜ ਤੋਂ ਬੇਟਾ ਆ ਉਹਨੂੰ ਮਿਲਦੀ ਆ USA ਦੇ ਵਿੱਚ, ਜਦੋਂ ਉਹਦੀ ਕਾਫੀ ਦਿਨਾਂ ਤੱਕ ਆਪਣੀ ਮਦਰ ਨਾਲ ਗੱਲ ਨਹੀਂ ਹੁੰਦੀ, ਉਹ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਆਪਣੇ ਮਾਮੇ ਜੈਦੀਪ ਪਟੇਲ ਨੂੰ ਵੀ ਕਾਲ ਕਰਦਾ। ਉਹ ਦੱਸਦਾ ਕਿ ਤੇਰੀ ਮਦਰ ਜਿਹੜੀ ਆ ਇੰਨੇ ਦਿਨਾਂ ਦਾ ਮਿਸਿੰਗ ਆ। ਉਹ ਇੱਕ ਸੋਸ਼ਲ ਮੀਡੀਆ 'ਤੇ ਪੋਸਟ ਲਿਖਦਾ ਆ ਕਿ ਮੇਰੀ ਮਦਰ ਇਸ ਤਰ੍ਹਾਂ ਇਹਨਾਂ ਹਾਲਾਤਾਂ ਦੇ ਵਿੱਚ ਮਿਸਿੰਗ ਆ, ਮੇਰੀ ਹੈਲਪ ਕੀਤੀ ਜਾਵੇ। ਔਰ ਉਹ ਇੰਡੀਅਨ ਗੌਰਮੈਂਟ ਨੂੰ ਵੀ ਅਪਰੋਚ ਕਰਦਾ ਥਰੂ US ਐਮਬੈਸੀ। ਜਦੋਂ US ਐਮਬੈਸੀ ਦੇ ਥਰੂ ਜਿਹੜੀ ਅਪਰੋਚ ਜਿਹੜੀ ਆ ਮਿਨਿਸਟਰੀ ਆਫ ਹੋਮ ਅਫੇਅਰਸ ਨੂੰ ਔਰ ਫੋਰਨ ਮਿਨਿਸਟਰੀ ਨੂੰ ਕੀਤੀ ਜਾਂਦੀ ਆ ਅਤੇ ਪੁਲਿਸ ਇਹਦੀ ਜਿਹੜੀ ਆ ਸੀਰੀਅਸਲੀ ਹਰਕਤ 'ਚ ਆ ਜਾਂਦੀ ਆ। ਇੱਕ ਮਿਸਿੰਗ ਰਿਪੋਰਟ ਜਿਹੜੀ ਉਹਦੀ ਲੌਜ ਕੀਤੀ ਜਾਂਦੀ ਆ ਔਰ ਇਹ ਜਿਹੜੀ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੂੰ ਜਿਹੜੀ ਇਹਦੀ ਇਨਵੈਸਟੀਗੇਸ਼ਨ ਸ਼ਿਫਟ ਕਰ ਦਿੱਤੀ ਜਾਂਦੀ ਆ। ਜਦੋਂ ਕ੍ਰਾਈਮ ਬ੍ਰਾਂਚ ਜਿਹੜੀ ਅੰਡਰ ਪ੍ਰੈਸ਼ਰ ਪੂਰੀ ਧਿਆਨ ਨਾਲ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਆ ਔਰ ਉਹਦਾ ਸ਼ੱਕ ਕਿਤੇ ਨਾ ਕਿਤੇ ਜਾ ਕੇ ਅਜੇ ਦੇਸਾਈ ਦੇ ਉੱਤੇ ਜਾਂਦਾ ਆ। ਅਜੇ ਦੇਸਾਈ ਦੇ ਜਿਹੜੇ ਉਹਨੂੰ ਅਜੇ ਦੇਸਾਈ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਨੋਟਿਸ ਭੇਜਿਆ ਜਾਂਦਾ, ਪਰ ਅਜੇ ਦੇਸਾਈ ਆਉਣ ਜਾਣ ਲਈ ਆਨਾਕਾਨੀ ਕਰਦਾ। ਇਸ ਤੋਂ ਜਿਹੜਾ ਉਹਦਾ ਸ਼ੱਕ ਆ ਹੋਰ ਪੁਖਤਾ ਹੋ ਜਾਂਦਾ। ਇਹਦਾ ਮੇਨ ਟਾਈਮ ਜਾਡੇਜਾ ਦੇ ਹੋਟਲ ਦੇ ਨੇੜਿਓਂ ਕੁਝ ਬੋਨਸ ਜਿਹੜੀਆਂ ਆ ਉਹ ਬਰਾਮਦ ਹੁੰਦੀਆਂ। ਕੁਝ ਲੋਕ ਜਦੋਂ ਉੱਥੇ ਗੁਜ਼ਰ ਰਹੇ ਹੁੰਦੇ ਆ, ਜਦੋਂ ਉਹਨਾਂ ਨੂੰ ਲੱਗਦਾ ਕਿ ਇਹ ਜਿਹੜੀਆਂ ਹੱਡੀਆਂ ਆ ਇਨਸਾਨੀ ਹੱਡੀਆਂ ਆ, ਉਹ ਪੁਲਿਸ ਨੂੰ ਰਿਪੋਰਟ ਕਰਦੇ ਆ। ਪੁਲਿਸ ਆਉਂਦੀ ਆ, ਪੁਲਿਸ ਜਿਹੜੀਆਂ ਉਹ ਹੱਡੀਆਂ ਲਿਜਾ ਕੇ ਫੋਰੈਂਸਿਕ ਜਾਂਚ ਲਈ ਉਹਨਾਂ ਨੂੰ ਫੋਰੈਂਸਿਕ ਲੈਬ ਦੇ ਵਿੱਚ ਭੇਜ ਦਿੰਦੇ ਆ। ਉੱਥੋਂ ਇਹ ਪ੍ਰੂਵ ਹੋ ਜਾਂਦਾ ਕਿ ਇਹ ਜਿਹੜੀਆਂ ਹੱਡੀਆਂ ਆ ਇਹ ਇੱਕ ਹਿਊਮਨ ਬਾਡੀ ਦੀਆਂ ਹੱਡੀਆਂ ਆ, ਪਰ ਇਹ ਪ੍ਰੂਵ ਨਹੀਂ ਹੁੰਦੀਆਂ ਕਿ ਇਹ ਅਜੇ ਇਹ ਪ੍ਰੂਵ ਨਹੀਂ ਹੋ ਪਾਉਂਦਾ ਕਿ ਇਹ ਮੇਲ ਆ ਜਾਂ ਫੀਮੇਲ ਆ। ਔਰ ਕ੍ਰਾਈਮ ਬ੍ਰਾਂਚ ਜਦੋਂ ਨੇ ਜਿਹੜਾ ਆਪਣਾ ਦਾਇਰਾ ਇਨਵੈਸਟੀਗੇਸ਼ਨ ਦਾ ਅਜੇ ਦੇਸਾਈ ਦੇ ਰਾਊਂਡ ਕੱਸਿਆ ਹੁੰਦਾ ਆ, ਜਦੋਂ ਉਹ ਅਜੇ ਦੇਸਾਈ ਦੀ ਫੋਨ ਲੋਕੇਸ਼ਨ ਟਰੇਸ ਕਰਦੇ ਆ ਤੇ ਉਹ ਅਜੇ ਦੇਸਾਈ ਦੀ ਲੋਕੇਸ਼ਨ ਵੀ ਉਸੇ ਜਗ੍ਹਾ ਤੋਂ ਜਿੱਥੋਂ ਹੱਡੀਆਂ ਮਿਲਦੀਆਂ ਉੱਥੇ ਹੀ ਪਾਈ ਜਾਂਦੀ ਆ। ਉੱਥੋਂ ਫਿਰ ਕ੍ਰਾਈਮ ਬ੍ਰਾਂਚ ਡਿਸਾਈਡ ਕਰਦੀ ਕਿ ਅਜੇ ਦੇਸਾਈ ਨੂੰ ਅਰੈਸਟ ਕਰ ਲਿਆ ਜਾਵੇ। ਅਜੇ ਦੇਸਾਈ ਨੂੰ ਜਦੋਂ ਅਰੈਸਟ ਕੀਤਾ ਜਾਂਦਾ ਆ ਤੇ ਅਜੇ ਦੇਸਾਈ ਤੋਂ ਜਦੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਂਦੀ ਤੇ ਅਜੇ ਦੇਸਾਈ ਆਪਣਾ ਜੁਰਮ ਜਿਹੜਾ ਅਸੈਪਟ ਕਰ ਲੈਂਦਾ। ਉਹਨੂੰ ਦੱਸਦਾ ਕਿ ਮੈਂ ਪਲੈਨਿੰਗ ਤੇ ਕਰ ਰਿਹਾ ਸੀ ਮਰਡਰ ਦੀ, ਪਰ ਜਿਸ ਦਿਨ ਇਹ ਮਰਡਰ ਹੋਇਆ ਉਸ ਦਿਨ ਮੇਰੀ ਕੋਈ ਪਲੈਨਿੰਗ ਨਹੀਂ ਸੀ ਕਿ ਮੈਂ ਉਸ ਦਿਨ ਹੀ ਮਰਡਰ ਕਰਨਾ, ਔਰ ਇਹ ਮਰਡਰ ਮੇਰੇ ਕੋਲੋਂ ਅਚਨਚੇਤ ਉਸ ਦਿਨ ਹੋ ਗਿਆ। ਜੇ ਮੈਂ ਪੂਰੀ ਪਲੈਨਿੰਗ ਨਾਲ ਮਰਡਰ ਕਰਦਾ ਤੇ ਸ਼ਾਇਦ ਮੈਂ ਕਦੀ ਵੀ ਫੜਿਆ ਨਾ ਜਾਂਦਾ,
ਪਰ ਇਹ ਜਿਹੜਾ ਹੁਣ ਮੇਰੇ ਹੱਥੋਂ ਹੋ ਚੁੱਕਾ ਆ ਔਰ ਇਸ ਜਿਹੜਾ ਮਰਡਰ ਨੂੰ ਕ੍ਰਾਈਮ ਬ੍ਰਾਂਚ ਜਿਹੜੀ ਟਰੇਸ ਕਰ ਦਿੰਦੀ ਆ ਔਰ ਅਜੇ ਜਿਹੜਾ ਆ ਉਹਦਾ ਪੁਲਿਸ ਰਿਮਾਂਡ ਖਤਮ ਹੋ ਚੁੱਕਾ ਅਜੇ ਦੇਸਾਈ ਦਾ ਔਰ ਉਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਆ। ਹੁਣ ਅੱਗੋਂ ਜਿਹੜਾ ਕ੍ਰਾਈਮ ਬ੍ਰਾਂਚ ਆ ਜਿਹੜੀ ਇਹਦੀ ਚਾਰਜ ਸ਼ੀਟ ਆ ਬੜੀ ਪੁਖਤਾ ਬਣਾ ਰਹੀ ਆ। ਜਦੋਂ ਅਦਾਲਤ ਦੇ ਵਿੱਚ ਚਾਰਜ ਸ਼ੀਟ ਫਾਈਲ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਜੋ ਵੀ ਇਹ ਕੇਸ ਟਰਨ ਲਊਗਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਜਾਊਗਾ। ਧੰਨਵਾਦ। ਦੋਸਤੋ, ਜਦੋਂ ਅਸੀਂ ਮਹਾਨ ਚਿੰਤਕਾਂ ਨੂੰ ਪੜ੍ਹਦੇ ਹਾਂ ਜਾਂ ਬੁੱਧੀਜੀਵੀਆਂ ਦੇ ਮਤ ਲੈਂਦੇ ਹਾਂ ਤਾਂ ਉਹ ਅਕਸਰ ਇੱਕ ਲਫ਼ਜ਼ ਜ਼ਰੂਰ ਕਹਿੰਦੇ ਨੇ ਕਿ ਤੁਹਾਨੂੰ ਆਪਣੀ ਐਕਸਪੈਕਟੇਸ਼ਨਸ ਨੂੰ ਕੰਟਰੋਲ ਕਰਕੇ ਰੱਖਣਾ ਚਾਹੀਦਾ ਹੈ। ਲਿਵ ਇਨ ਦ ਮੂਵਮੈਂਟ। ਇਸ ਵਕਤ ਤੁਸੀਂ ਜਿਸ ਮੂਵਮੈਂਟ ਵਿੱਚ ਹੋ ਉਸ ਨੂੰ ਇੰਜੋਏ ਕਰੋ, ਸਗੋਂ ਹੋਰ ਤੇ ਹੋਰ ਦੀ ਭਾਲ ਦੇ ਵਿੱਚ ਆਪਣਾ ਅੱਜ ਦਾ ਫਿਊਚਰ ਜਿਹੜਾ ਹੈ ਉਹ ਖਰਾਬ ਨਹੀਂ ਕਰਨਾ। ਸੋ ਓਸ਼ੋ ਇੱਕ ਬਹੁਤ ਹੀ ਖੂਬਸੂਰਤ ਗੱਲ ਕਹਿੰਦਾ ਹੈ ਕਿ ਅਸੀਂ ਜੇਕਰ ਹੁਣ ਦੇ ਵਿੱਚ ਰਹਾਂਗੇ, ਅਸੀਂ ਇਸ ਮੂਵਮੈਂਟ ਨੂੰ ਭਲੀ ਭਾਂਤ ਜੀਵਾਂਗੇ ਔਰ ਸਤਰਕ ਰਹਿ ਕੇ ਜੀਵਾਂਗੇ ਤਾਂ ਕੋਈ ਕਾਰਨ ਹੀ ਨਹੀਂ ਹੋ ਸਕਦਾ ਕਿ ਅਸੀਂ ਆਪਣੇ ਆਉਣ ਵਾਲਾ ਫਿਊਚਰ ਜਾਂ ਆਉਣ ਵਾਲਾ ਇੱਕ ਵੀ ਪਲ ਜਿਹੜਾ ਹੈ ਉਹ ਵਿਅਰਥ ਕਰ ਸਕੀਏ ਜਾਂ ਗਵਾ ਸਕੀਏ, ਕਿਉਂਕਿ ਉਸ ਪਲ ਨੂੰ ਕੌਨਸੈਂਟਰੇਸ਼ਨ ਨਾਲ ਜੀ ਲੈਣਾ ਸਾਡਾ ਫਿਊਚਰ ਜਿਹੜਾ ਹੈ ਉਸ ਬਿਹਾਫ ਉੱਤੇ ਨਿਰਭਰ ਕਰਦਾ ਹੈ। ਅੱਜ ਦੀ ਕਹਾਣੀ ਵੀ ਇਸੇ ਤਰ੍ਹਾਂ ਦੀ ਸੀ ਕਿ ਪੈਸਾ ਜਿਹੜਾ ਹੈ ਉਹ ਮਿਹਨਤ ਕਰਕੇ ਨਾ ਕਮਾਇਆ ਜਾਵੇ, ਬਲਕਿ ਜੋ ਡੌਰੀ ਇਸ ਇਨਸਾਨ ਨੂੰ ਮਿਲੀ ਉਹ ਉਸ ਨੂੰ ਛੱਡਣਾ ਨਹੀਂ ਚਾਹੁੰਦਾ ਤੇ ਇਸ ਦੀ ਪੁਰਾਣੀ ਜੋ ਪ੍ਰੇਮਿਕਾ ਹੈ ਉਸ ਨੂੰ ਮਾਰਨ ਦਾ ਮਨ ਬਣਾ ਲੈਂਦਾ ਹੈ। ਸੋ ਕਿਤੇ ਨਾ ਕਿਤੇ ਜੋ ਦੋਸ਼ੀ ਹੈ ਜਾਂ ਜੋ ਕਾਤਲ ਹੈ ਉਹ ਕੋਈ ਨਾ ਕੋਈ ਗਲਤੀ ਇਸ ਤਰ੍ਹਾਂ ਦੀ ਜ਼ਰੂਰ ਕਰ ਦਿੰਦਾ ਹੈ, ਬੇਸ਼ੱਕ ਉਹ ਕਿੱਡਾ ਹੀ ਵੱਡਾ ਆਫਿਸਰ ਕਿਉਂ ਨਾ ਹੋਵੇ ਜਾਂ ਬੇਸ਼ੱਕ ਕਿੰਨਾ ਹੀ ਵੱਡਾ ਖਿਲਾੜੀ ਕਿਉਂ ਨਾ ਹੋਵੇ। ਸੋ ਇਸ ਕੇਸ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ। ਸੋ ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਵੇਗਾ। ਖਹਿਰਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਇੱਕ ਵਾਰੀ ਫਿਰ ਤੋਂ ਇੱਕ ਨਵੀਂ ਘਟਨਾ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ ਤੇ TV NRI ਔਰ ਮੈਨੂੰ ਗੁਰਨੀਤ ਨੂੰ ਦਿਓ ਇਜਾਜ਼ਤ।